बिस्मिल्लाहिर्रहमानिर्रहीम। या वदूद सल्लि अला सय्यिदिना मुहम्मदिन व आलिहि व सहाबिहि इन्नका रहीमुन वदूद। बस तो रक्सा तेरी चौखट पे फ़कीर आते हैं, दूर वाले तेरी उस उल्फत के असीर आते हैं। मैं अज तुहाडे सामने किस्सा सोहनी बहीवाल पेश कर लगा। 18वीं सदी ਦੇ ਵਿੱਚ ਗੁਜਰਾਤ ਦੇ ਇੱਕ ਕਮਿਆਰ ਅਬਦੁੱਲਾ ਦੇ ਘਰ ਇੱਕ ਧੀ ਜੰਮਦੀ ਹੈ, ਜਿਹਦਾ ਨਾਂ ਸੋਹਣੀ ਰੱਖਿਆ ਜਾਂਦਾ ਹੈ। ਉਹ ਜਵਾਨੀ ਦੇ ਵਿੱਚ ਹੁਸਨ ਜਮਾਲ ਦੀ ਪੈਕਰ ਬਣ ਜਾਂਦੀ ਹੈ। ਸੋਹਣੀ ਜਿਹੜੀ ਹੈ ਉਹ ਆਪਣੇ ਵਾਲਿਦ ਦੇ ਨਾਲ ਹੱਥ ਵਟਾਉਂਦੀ ਹੈ ਤੇ ਉਹ ਬੜੇ ਦਿਲ ਨੂੰ ਭਾਉਣ ਵਾਲੇ ਭਾਂਡੇ ਜਿਹੜੇ ਨੇ ਉਹ ਤਿਆਰ ਕਰਦੀ ਹੈ ਤੇ ਉਹਦੀ ਵਿਕਰੀ ਹੁੰਦੀ ਹੈ ਤੇ ਉਹਦੇ ਨਾਲ ਹੀ ਇਹਨਾਂ ਦੇ ਟੱਬਰ ਦਾ ਦਾਣੇ ਪਾਣੀ ਦਾ ਰੋਟੀ ਪਾਣੀ ਦਾ ਸਿਲਸਿਲਾ ਚੱਲਦਾ ਹੈ। ਸੋਹਣੀ ਦੇ ਪਿਓ ਅਬਦੁੱਲਾ ਕਮਿਆਰ ਦੀ ਹੱਟੀ ਰਾਬ ਪਿਆਰੀ ਮਹਿਲ ਦੇ ਕੋਲ ਦਰਿਆ ਦੇ ਕੰਢੇ ਵਾਕਿਆ ਸੀ। ਸੋਹਣੀ ਇਸ ਕਦਰ ਹਸੀ ਸੀ ਕਿ ਉਹਦੇ ਹੁਸਨ ਦਾ ਚਰਚਾ ਜਿਹੜਾ ਹੈ ਉਹ ਦੂਰ ਦਰਾਜ਼ ਤੱਕ ਫੈਲਿਆ ਹੋਇਆ ਸੀ। ਬਹੀਵਾਲ ਦਾ ਅਸਲ ਨਾਂ ਜਿਹੜਾ ਹੈ ਉਹ ਇੱਜ਼ਤ ਬੇਗ ਸੀ ਤੇ ਇਹਦਾ ਤਲਕ ਜਿਹੜਾ ਹੈ ਉਹ ਬਹਾਰੇ ਦੇ ਨਾਲ ਦੱਸਿਆ ਜਾਂਦਾ ਹੈ। ਬਹੀਵਾਲ ਬਹਾਰੇ ਦੇ ਬਹੁਤ ਵੱਡੇ ਤਾਜਰ ਤੇ ਬਹੁਤ ਵੱਡੇ ਮਾਲਦਾਰ ਦਾ ਪੁੱਤਰ ਸੀ। ਇੱਜ਼ਤ ਬੇਗ ਜਦੋਂ ਜਵਾਨ ਹੋਇਆ ਤੇ ਕਾਰੋਬਾਰ ਕਰਨਾ ਸ਼ੁਰੂ ਕਰ ਦਿੱਤਾ ਤੇ ਇੱਕ ਦਿਨ ਇੱਜ਼ਤ ਬੇਗ ਨੇ ਆਪਣੇ ਬਾਪ ਨੂੰ ਆਖਿਆ ਕਿ ਮੈਂ ਦਿੱਲੀ ਜਾਣਾ ਚਾਹੁੰਦਾ ਤੇ ਦਿੱਲੀ ਜਾ ਕੇ ਉੱਥੇ ਮੈਂ ਤਿਜਾਰਤ ਕਰਾਂਗਾ, ਕੁਝ ਉੱਥੇ ਵੇਚਾਂਗਾ ਤੇ ਕੁਝ ਖਰੀਦਾਂਗਾ। ਬਹੀਵਾਲ ਜਿਹੜਾ ਇਹਦਾ ਅਸਲ ਨਾਂ ਇੱਜ਼ਤ ਬੇਗ ਸੀ, ਉਹਦੇ ਮਾਂ-ਬਾਪ ਉਹਦੇ ਨਾਲ ਬੜੀ ਮੁਹੱਬਤ ਤੇ ਬੜਾ ਪਿਆਰ ਕਰਦੇ ਹਨ। ਨਾਲੇ ਉਹ ਉਹਨਾਂ ਦਾ ਬੜਾ ਸਕੀਵੀ ਦਾ ਪੁੱਤਰ ਸੀ ਤੇ ਬੜੀਆਂ ਅੱਲਾ ਦੇ ਬੰਦਿਆਂ ਦੀਆਂ ਦੁਆਵਾਂ ਨਾਲ ਉਹ ਜੰਮਿਆ ਸੀ। ਉਹਨਾਂ ਦਾ ਦਿਲ ਨਹੀਂ ਸੀ ਕਰਦਾ ਕਿ ਉਹ ਬਹੀਵਾਲ ਨੂੰ ਦਿੱਲੀ ਤਿਜਾਰਤ ਵਾਸਤੇ ਭੇਜਣ, ਲੇਕਿਨ ਬਹੀਵਾਲ ਦੀ ਖੁਸ਼ੀ ਵਾਸਤੇ ਉਹਨਾਂ ਦੇ ਮਾਂ ਪਿਓ ਨੇ ਉਹਨੂੰ ਜਾਣ ਦੀ ਇਜਾਜ਼ਤ ਦੇ ਦਿੱਤੀ ਤੇ ਉਹਨੂੰ ਬਹਾਰਾ ਤੋਂ ਵਿਦਿਆ ਕਰ ਦਿੱਤਾ। ਇੱਜ਼ਤ ਬੇਗ ਜਿਹੜਾ ਹੈ ਉਹ ਦਿੱਲੀ ਗਿਆ, ਦਿੱਲੀ ਫਿਰਿਆ, ਉੱਥੇ ਵੀ ਕਾਰੋਬਾਰ ਕੀਤਾ, ਫਿਰ ਉਹ ਲਾਹੌਰ ਗਿਆ ਔਰ ਲਾਹੌਰ ਤੋਂ ਬਾਅਦ ਉਹ ਫਿਰ ਗੁਜਰਾਤ ਵੀ ਪਹੁੰਚਿਆ। ਇੱਕ ਰੋਜ਼ ਇੱਜ਼ਤ ਬੇਗ ਜਿਹੜਾ ਹੈ ਉਹ ਭਾਂਡੇ ਖਰੀਦਣ ਵਾਸਤੇ ਅਬਦੁੱਲਾ ਕਮਿਆਰ ਦੇ ਘਰ ਜਾਂਦਾ ਹੈ ਤੇ ਉੱਥੇ ਉਹਦੀ ਨਜ਼ਰ ਸੋਹਣੀ ਤੇ ਪੈਂਦੀ ਹੈ ਤੇ ਸੋਹਣੀ ਦੀ ਨਜ਼ਰ ਜਿਹੜੀ ਹੈ ਉਹ ਇੱਜ਼ਤ ਬੇਗ ਤੇ ਪੈਂਦੀ ਹੈ ਤੇ ਦੋਵਾਂ ਨੂੰ ਸਖਤਾ ਤਾਰੀ ਹੋ ਜਾਂਦਾ ਹੈ ਤੇ ਦੋਏ ਇੱਕ ਦੂਜੇ ਦੀ ਮੁਹੱਬਤ ਵਿੱਚ ਗ੍ਰਿਫਤਾਰ ਹੋ ਜਾਂਦੇ ਨੇ। ਇਹਦੇ ਬਾਅਦ ਇੱਜ਼ਤ ਬੇਗ ਦਾ ਰੋਜ਼ ਦਾ ਇਹ ਮਾਮੂਲ ਬਣ ਜਾਂਦਾ ਹੈ ਕਿ ਉਹ ਉੱਥੇ ਅਬਦੁੱਲਾ ਕਮਿਆਰ ਦੇ ਘਰ ਆਉਂਦਾ ਹੈ ਤੇ ਉੱਥੋਂ ਉਹ ਭਾਂਡੇ ਖਰੀਦਦਾ ਹੈ ਤੇ ਅੱਗੋਂ ਹੋਰ ਭਾਂਡਿਆਂ ਦੀ ਮੰਗ ਕਰਦਾ ਹੈ। ਇਹ ਸਿਲਸਿਲਾ ਚੱਲਦਾ ਰਹਿੰਦਾ ਹੈ ਤੇ ਇਹ ਸਿਲਸਿਲਾ ਇੰਨਾ ਜ਼ਿਆਦਾ ਵੱਧ ਜਾਂਦਾ ਹੈ, ਇੰਨਾ ਜ਼ਿਆਦਾ ਸ਼ਿੱਦਤ ਇਖਤਿਆਰ ਕਰ ਜਾਂਦਾ ਹੈ ਕਿ ਇੱਜ਼ਤ ਬੇਗ ਜਿਹੜਾ ਉਹ ਆਪਣੇ ਕਾਰੋਬਾਰ ਤੋਂ ਬਿਲਕੁਲ ਦਾ ਧਿਆਨ ਨਹੀਂ ਰਹਿੰਦਾ ਤੇ ਉਹ ਆਪਣੇ ਕਾਰੋਬਾਰ ਤੋਂ ਬਿਲਕੁਲ ਫਾਰਗ ਹੋ ਜਾਂਦਾ ਹੈ। ਉਹਦੀ ਜ਼ਿੰਦਗੀ ਦਾ ਮਕਸਦ ਜਿਹੜਾ ਉਹ ਸੋਹਣੀ ਦੀ ਮੁਹੱਬਤ ਤੱਕ ਹੀ ਮਹਦੂਦ ਰਹਿ ਜਾਂਦਾ ਹੈ। ਇੱਜ਼ਤ ਬੇਗ ਦਾ ਕਿਉਂਕਿ ਕਾਰੋਬਾਰ ਹੀ ਖਤਮ ਹੋ ਜਾਂਦਾ, ਉਹ ਬਿਲਕੁਲ ਕਲਾਸ਼ ਹੋ ਜਾਂਦਾ ਹੈ, ਭੁੱਖਾ ਹੋ ਜਾਂਦਾ ਹੈ, ਉਹਦੇ ਕੋਲ ਇੱਕ ਪੈਸਾ ਨਹੀਂ ਰਹਿੰਦਾ ਤੇ ਉਹ ਤੇ ਵਾਪਸ ਬਹਾਰਾ ਜਾਣਾ ਤੇ ਬੜੀ ਦੂਰ ਦੀ ਗੱਲ ਹੈ। ਉਹ ਬਹਾਰਾ ਵਾਪਸ ਜਾਣ ਦੇ ਬਾਰੇ 'ਚ ਤਸੱਵਰ ਵੀ ਨਹੀਂ ਕਰ ਸਕਦਾ। ਉਹਦੀ ਹਾਲਤ ਇੰਨੀ ਪਤਲੀ ਹੋ ਜਾਂਦੀ ਹੈ ਕਿ ਉਹ ਇੱਕ ਦਿਨ ਅਬਦੁੱਲਾ ਕਮਿਆਰ ਦੇ ਘਰ ਚਲਾ ਜਾਂਦਾ ਹੈ ਤੇ ਉੱਥੇ ਅਬਦੁੱਲਾ ਕਮਿਆਰ ਦੀ ਬੇਨਤੀ ਕਰਦਾ ਹੈ ਕਿ ਮੈਨੂੰ ਕੋਈ ਤੁਸੀਂ ਕੰਮ ਕਾਜ ਵਾਸਤੇ ਕੋ ਰੱਖ ਲਓ, ਮੈਨੂੰ ਆਪਣਾ ਕਾਮਾ ਰੱਖ ਲਓ। ਉਹ ਬੜੇ ਤਰਲੇ ਮਿੰਨਤਾਂ ਕਰਦਾ ਹੈ। ਅਬਦੁੱਲਾ
ਘੁਮਿਆਰ ਦੇ ਸੋਹਣੀ ਦੇ ਬਾਪ ਦੀਆਂ। ਉਹਨੂੰ ਜਿਹੜਾ ਸੋਹਣੀ ਦਾ ਬਾਪ ਸੀ ਅਬਦੁੱਲਾ ਘੁਮਿਆਰ, ਉਹਨੂੰ ਵੀ ਅੰਦਰ ਬਾਹਰ ਦੇ ਕੰਮਾਂ ਕਾਜਾਂ ਵਾਸਤੇ ਬੰਦੇ ਦੀ ਲੋੜ ਸੀ, ਤੇ ਉਹ ਇੱਜ਼ਤ ਬੇਗ ਨੂੰ ਮਹੀਵਾਲ ਨੂੰ ਕਾਬਾ ਰੱਖ ਲਿੱਤਾ, ਤੇ ਉਹਦੀ ਡਿਊਟੀ ਜਿਹੜੀ ਹੈ ਉਹ ਬੱਝੀਆਂ ਚਾਰਨ ਤੇ ਡੰਗਰਾਂ ਨੂੰ ਸੰਭਾਲਣ ਦੀ ਲਾ ਦਿੰਦਾ ਹੈ। ਤੇ ਉਹਦੇ ਕੋਲ ਹੀ ਕਰੀਬ ਹੀ ਸੋਹਣੀ ਦੇ ਘਰ ਦੇ ਕਰੀਬ ਹੀ ਉਹ ਇੱਕ ਜਗ੍ਹਾ ਰਿਹਾਇਸ਼ ਕਰ ਲੈਂਦਾ ਹੈ ਤੇ ਉੱਥੇ ਰਹਿਣਾ ਸ਼ੁਰੂ ਕਰ ਦਿੰਦਾ ਹੈ, ਕਿਉਂਕਿ ਉਸ ਇਲਾਕੇ ਦੇ ਵਿੱਚ ਜਿਹੜਾ ਬੰਦਾ ਡੰਗਰ ਬੱਝੀਆਂ ਚਰਾਉਂਦਾ ਸੀ ਉਹਨੂੰ ਮਹੀਵਾਲ ਕਹਿੰਦੇ ਸਨ। ਤੇ ਫਿਰ ਦੁਨੀਆ ਜਿਹੜੀ ਹੈ ਉਹ ਲੋਕ ਜਿਹੜੇ ਨੇ ਉਹ ਇੱਜ਼ਤ ਬੇਗ ਜਿਹੜਾ ਬਹਾਰੇ ਦਾ ਸ਼ਹਿਜ਼ਾਦਾ ਉਹ ਇਸ ਨਾਂ ਨੂੰ ਭੁੱਲ ਗਏ ਤੇ ਹਰ ਪਾਸੇ ਸਾਰੇ ਲੋਕ ਉਹਨੂੰ ਮਹੀਵਾਲ ਕਹਿਣਾ ਸ਼ੁਰੂ ਕਰ ਦਿੱਤਾ ਔਰ ਤੇ ਮਹੀਵਾਲ ਦੇ ਨਾਂ ਤੋਂ ਮਸ਼ਹੂਰ ਹੋ ਗਿਆ। ਸੋਹਣੀ ਤੇ ਮਹੀਵਾਲ ਦਾ ਜਿਹੜਾ ਮੁਹੱਬਤ ਦਾ ਸਿਲਸਿਲਾ ਹੈ ਉਹ ਚੱਲਦਾ ਰਿਹਾ, ਮਿਲਦੇ ਰਹੇ ਦੋਨੋਂ ਮਹਿਬੂਬ ਇੱਕ ਦੂਸਰੇ ਨੂੰ ਛੁਪ ਲੁਕ ਕੇ ਮਿਲਦੇ ਰਹੇ। ਆਖਰ ਇਹ ਗੱਲ ਕਿੰਨੀ ਕੁ ਦੇਰ ਲੁਕ ਸਕਦੀ ਸੀ। ਇੱਕ ਦਿਨ ਰਾਤ ਨੂੰ ਸੋਹਣੀ ਜਿਸ ਇਹ ਸਿਲਸਿਲਾ ਮੁਹੱਬਤ ਦਾ ਚੱਲਦਾ ਰਿਹਾ ਤੇ ਇਹ ਕਿੰਨੀ ਕੁ ਦੇਰ ਚੱਲ ਸਕਦਾ ਸੀ। ਜਿਹੜੀ ਸੋਹਣੀ ਦੀ ਤੇ ਮਹੀਵਾਲ ਦੀ ਇਸ਼ਕ ਤੇ ਮੁਹੱਬਤ ਸੀ ਉਹਦਾ ਜਿਹੜਾ ਹੈ ਉਹ ਸੋਹਣੀ ਦੀ ਮਾਂ ਨੂੰ ਤੇ ਸੋਹਣੇ ਦੇ ਪਿਓ ਨੂੰ ਪਤਾ ਲੱਗ ਗਿਆ, ਬਲਕਿ ਸਿਰਫ ਸੋਹਣੀ ਦੀ ਮਾਂ ਤੇ ਸੋਹਣੀ ਦੇ ਪਿਓ ਨੂੰ ਨਹੀਂ, ਬਲਕਿ ਇਹਦੀ ਦੀ ਮੁਹੱਬਤ ਜਿਹੜੀ ਹੈ ਦੂਰ ਦਰਾਜ਼ ਤੱਕ ਫੈਲ ਗਈ। ਸੋਹਣੀ ਦੇ ਬਾਪ ਤੇ ਸੋਹਣੀ ਦੀ ਮਾਂ ਨੇ ਬਦਨਾਮੀ ਤੋਂ ਡਰਦਿਆਂ ਇੱਕ ਤੇ ਪਹਿਲੇ ਜਿਹੜਾ ਕਾਬਾ ਮਹੀਵਾਲ ਦੀ ਉਹਨੂੰ ਉੱਥੋਂ ਫਾਰਗ ਕੀਤਾ ਤੇ ਸੋਹਣੀ ਦੀ ਸ਼ਾਦੀ ਆਪਣੇ ਜਿਹੜੇ ਅਜ਼ੀਜ਼ ਆਪਣੇ ਰਿਸ਼ਤੇਦਾਰ ਆਪਣੇ ਖਾਨਦਾਨ ਦੇ ਇੱਕ ਘੁਮਿਆਰ ਖਾਨਦਾਨ ਦੇ ਵਿੱਚ ਉਹਦੀ ਸ਼ਾਦੀ ਕਰ ਦਿੱਤੀ। ਉਹ ਜਲਦ ਹੀ ਉਹਨੂੰ ਜਿਹੜਾ ਹੈ ਉਹ ਸੋਹਣੀ ਨੂੰ ਰੁਖਸਤ ਕਰ ਦਿੱਤਾ ਤੇ ਉਹ ਰੁਖਸਤ ਹੋ ਕੇ ਚਨਾਬ ਦੇ ਦੂਸਰੇ ਕਿਨਾਰੇ ਚਲੀ ਗਈ। ਮਹੀਵਾਲ ਜਿਹੜਾ ਹੈ ਉਹ ਇਸ ਕਿਨਾਰੇ ਤੇ ਰਹਿ ਗਿਆ ਤੇ ਸੋਹਣੀ ਜਿਹੜੀ ਹੈ ਉਹ ਵਿਆਹ ਕੇ ਤੇ ਉਹ ਚਨਾਬ ਦੇ ਦੂਸਰੇ ਕਿਨਾਰੇ ਚਲੀ ਗਈ। ਸੋਹਣੀ ਨੇ ਕਿਉਂਕਿ ਸੋਹਣੀ ਜਿਹੜੀ ਹੈ ਉਹ ਚਨਾਬ ਦੇ ਇੱਕ ਕਿਨਾਰੇ ਤੇ ਸੀ ਤੇ ਮਹੀਵਾਲ ਜਿਹੜਾ ਉਹ ਚਨਾਬ ਦੇ ਦਰਿਆ ਦੇ ਦੂਸਰੇ ਕਿਨਾਰੇ ਤੇ ਸੀ। ਉਹਨੇ ਕੀ ਕੀਤਾ, ਸੋਹਣੀ ਕਿਉਂਕਿ ਤੁਹਾਨੂੰ ਪਤਾ ਹੈ ਕਿ ਉਹ ਜ਼ਰੂਫ ਤੇ ਪਾੜੇ ਬਣਾਉਣ ਦੀ ਬੜੀ ਮਾਹਰ ਸੀ ਤੇ ਉਹਨੇ ਇੱਕ ਘੜਾ ਤਿਆਰ ਕੀਤਾ। ਘੜਾ ਤਿਆਰ ਕਰਕੇ ਤੇ ਉਹਨੂੰ ਕਾਈ ਦੇ ਵਿੱਚ ਜਿਹੜਾ ਨਾ ਉਹਨੂੰ ਲੁਕਾ ਦਿੱਤਾ ਤੇ ਸੋਹਣੀ ਦਾ ਮਾਮੂਲ ਬਣ ਗਿਆ ਕਿ ਰੋਜ਼ ਰਾਤ ਨੂੰ ਸੋਹਣੀ ਉਹ ਕਿਉਂਕਿ ਸੋਹਣੀ ਨੂੰ ਤੈਰਨਾ ਨਹੀਂ ਸੀ ਆਉਂਦਾ ਔਰ ਉਹ ਰੋਜ਼ ਰਾਤ ਨੂੰ ਉਹ ਕੜਾ ਲੈ ਕੇ ਤੇ ਉਹ ਦਰਿਆ ਅਬੂਰ ਕਰਕੇ ਤੇ ਮਹੀਵਾਲ ਨੂੰ ਮਿਲਣ ਜਾਂਦੀ ਸੀ। ਤੇ ਸੋਹਣੀ ਤੇ ਮਹੀਵਾਲ ਸਾਰੀ ਰਾਤ ਇੱਕ ਦੂਸਰੇ 'ਚ ਖੋਏ ਰਹਿੰਦੇ ਹਨ, ਜਿਹਦਾ ਸੁਬਾਹ ਸਫੇਦੀ ਹੋਣ ਤੋਂ ਪਹਿਲੇ ਪਹਿਲੇ ਸੋਹਣੀ ਜਿਹੜੀ ਹੈ ਉਹ ਵਾਪਸ ਆ ਜਾਂਦੀ। ਇਹ ਸਿਲਸਿਲਾ ਕਾਫੀ ਦੇਰ ਤੱਕ ਚੱਲਦਾ ਰਿਹਾ। ਇਹ ਵੀ ਸਿਲਸਿਲਾ ਆਖਰ ਕਿੰਨੀ ਕੁ ਦੇਰ ਚੱਲਣਾ ਸੀ। ਇੱਕ ਦਿਨ ਜਿਹੜੀ ਸੋਹਣੀ ਦੀ ਨੱਦ ਦੇ ਉਹਨੇ ਸੋਹਣੀ ਨੂੰ ਜਾਂਦਿਆਂ ਦੇਖ ਲਿਆ ਤੇ ਸੋਹਣੀ ਦੀ ਨੱਦ ਨੇ ਉਹਦਾ ਪਿੱਛਾ ਕੀਤਾ। ਉਹ ਦੇਖਿਆ ਕਿ ਉਹਨੇ ਉਸ ਤਰ੍ਹਾਂ ਹੀ ਉਹ ਕੱਖਾਂ ਦੇ ਵਿੱਚ ਜਿਹੜਾ ਛੁਪਾਇਆ ਘੜਾ ਕੱਢਿਆ ਤੇ ਉਹ ਘੜੇ ਦੀ ਮਦਦ ਨਾਲ ਉਹਨੇ ਦਰਿਆ ਪਾਰ ਕੀਤਾ ਤੇ ਜਿਹੜੀ ਸੋਹਣੀ ਦੀ ਨੱਦ ਨੇ ਇਹ ਸਾਰਾ ਕੁਝ ਵੇਖ ਕੇ ਵਾਪਸ ਆ ਗਈ। ਉਹਨੂੰ ਵਾਪਸ ਆ ਕੇ ਸਾਰਾ ਕਿੱਸਾ ਜਿਹੜਾ ਉਹ ਆਪਣੀ ਮਾਂ ਨੂੰ ਸੁਣਾਇਆ ਤੇ ਉਹਨੇ ਇਹਦੇ ਵਾਸਤੇ ਸੋਹਣੀ ਵਾਸਤੇ ਇੱਕ ਬੜੀ ਖਤਰਨਾਕ ਤੇ ਉਹਦੀ ਮੌਤ ਆਸੇ ਉਹਨੂੰ ਮਾਰਨ ਵਾਸਤੇ ਇੱਕ ਜਿਹੜੀ ਨਾ
ਉਹ ਸਾਜ਼ਿਸ਼ ਕਰੀ, ਕਿਉਂਕਿ ਸੋਹਣੀ ਜਿਹੜੀ ਹੈ ਉਹ ਇੱਕ ਕਮਿਆਰ ਖਾਨਦਾਨ 'ਚ ਵਿਆਹੀ ਗਈ ਸੀ, ਤੇ ਜਿਹੜੀ ਸੋਹਣੀ ਦੀ ਨੰਦ ਸੀ ਉਹ ਵੀ ਭਾਂਡੇ ਬਣਾਉਣ 'ਚ, ਗੜੇ ਬਣਾਉਣ 'ਚ ਮਾਹਰ ਸੀ। ਉਹਨੇ ਖੂਬ ਉਸੇ ਤਰ੍ਹਾਂ ਦਾ ਇੱਕ ਘੜਾ ਕੱਚੀ ਮਿੱਟੀ ਦਾ ਤਿਆਰ ਕੀਤਾ। ਉਹ ਕੱਚੀ ਮਿੱਟੀ ਦਾ ਘੜਾ ਤਿਆਰ ਕਰਕੇ ਤੇ ਉੱਥੇ ਜਿਹੜਾ ਸੋਹਣੀ ਨੇ ਉੱਥੇ ਲੁਕਾਇਆ ਸੀ ਝਾੜੀ ਦੇ ਵਿੱਚ ਪੱਕਾ ਘੜਾ, ਉਹਦੇ ਨਾਲ ਉਹਨੂੰ ਤਬਦੀਲ ਕਰ ਦਿੱਤਾ। ਔਰ ਇਹਦੀ ਜਿਹੜੀ ਹੈ ਉਹ ਖਬਰ ਸੋਹਣੀ ਨੂੰ ਬਿਲਕੁਲ ਨਹੀਂ ਸੀ, ਕਿਉਂਕਿ ਉਹ ਆਪਣੀ ਮੁਹੱਬਤ 'ਚ ਇੰਨੀ ਕੁ ਮਸਤ ਔਰ ਇੰਨੀ ਕੁ ਗਰਕ ਸੀ ਕਿ ਉਹਨੂੰ ਇਸ ਗੱਲ ਦੀ ਕੋਈ ਖਬਰ ਹੀ ਨਹੀਂ ਸੀ। ਉਹ ਇਸ ਤਰ੍ਹਾਂ ਹੀ ਰੂਟੀਨ ਨਾਲ ਅੱਧੀ ਰਾਤ ਨੂੰ ਸੋਹਣੀ ਉੱਠਦੀ ਹੈ ਤੇ ਉਹ ਜਾਂਦੀ ਹੈ ਤੇ ਜਾ ਕੇ ਉਹ ਘੜਾ ਲੈਂਦੀ ਹੈ। ਅੱਜ ਜਿਹੜਾ ਘੜਾ ਸੀ ਉਹ ਘੜਾ ਨਹੀਂ ਸੀ, ਬਲਕਿ ਉਹਦੀ ਮੌਤ ਦਾ ਸਾਮਾਨ ਸੀ। ਔਰ ਉਹ ਘੜਾ ਲੈ ਕੇ ਦਰਿਆ 'ਚ ਵੜਦੀ ਹੈ। ਉਸ ਦਿਨ ਮੌਸਮ ਵੀ ਖਰਾਬ ਸੀ, ਬਾਰਿਸ਼ ਵੀ ਸੀ, ਤੇ ਦਰਿਆ ਦੀ ਮੌਜੂਦੂ ਸੋਹਣੀ ਬਿਲਕੁਲ ਦਰਿਆ ਦੇ ਵਿਚਕਾਰ ਪਹੁੰਚਦੀ ਹੈ ਤੇ ਉਹਦਾ ਕੱਚੀ ਮਿੱਟੀ ਦਾ ਜਿਹੜਾ ਘੜਾ ਬਣਿਆ ਸੀ ਉਹ ਖੁਰਨਾ ਸ਼ੁਰੂ ਹੋ ਜਾਂਦਾ। ਔਰ ਆਸਤਾ ਆਸਤਾ ਲਹਿਰਾਂ ਦੀ ਤੁਰਿਆਨੀ ਨਾਲ ਇੱਕ ਵਕਤ ਆਉਂਦਾ ਹੈ ਤੇ ਉਹਦਾ ਘੜਾ ਉਹ ਬਿਲਕੁਲ ਹੀ ਦਰਿਆ 'ਚ ਖਿਲਰ ਜਾਂਦਾ। ਜਦੋਂ ਦਰਿਆ 'ਚ ਖਿਲਰ ਜਾਂਦਾ ਤੇ ਸੋਹਣੀ ਫਿਰ ਨਾਰੇ ਤੇ ਚੀਕਾਂ ਮਾਰਦੀ ਹੈ। ਦੂਸਰੇ ਕਿਨਾਰੇ ਬਹੀਵਾਲ ਸੋਹਣੀ ਦਾ ਇੰਤਜ਼ਾਰ ਕਰ ਰਿਹਾ ਹੁੰਦਾ ਹੈ। ਜਦੋਂ ਸੋਹਣੀ ਦੇ ਨਾਰੇ ਤੇ ਵੈਣ ਤੇ ਉਹਦੀਆਂ ਚੀਕਾਂ ਬਹੀਵਾਲ ਸੁਣਦਾ ਤੇ ਉਹ ਵੀ ਦਰਿਆ 'ਚ ਛਾਲ ਮਾਰ ਦਿੰਦਾ। ਸੋਹਣੀ ਨੂੰ ਵੀ ਤੈਰਨਾ ਨਹੀਂ ਸੀ ਆਉਂਦਾ ਤੇ ਬਹੀਵਾਲ ਨੂੰ ਵੀ ਤੈਰਨਾ ਨਹੀਂ ਸੀ ਆਉਂਦਾ। ਔਰ ਦੋਨੋਂ ਇਹ ਜੋੜੀ ਇਸ਼ਕੋ ਮੁਹੱਬਤ ਤੇ ਮਹਿਬ ਤੇ ਮਹਿਬੂਬ ਦੋੜੇ ਉਹਦੇ ਵਿੱਚ ਦਰਿਆ ਦੇ ਬਹਿ ਜਾਂਦੇ ਨੇ। ਤੇ ਦੋ ਮੁਖਤਲਿਫ ਇਹਦੀਆਂ ਰਵਾਇਤਾਂ ਨੇ। ਇੱਕ ਰਵਾਇਤ ਦੇ ਵਿੱਚ ਇਹ ਵੇ ਕਿ ਸੋਹਣੀ ਤੇ ਬਹੀਵਾਲ ਦਾ ਜਸਤੇ ਹਾਕੀ ਜਿਹੜੀ ਆ ਲੋਥਾ ਨੇ ਉਹ ਦਰਿਆ ਵਿੱਚ ਰੁੜਦੀਆਂ ਹੋਈਆਂ ਬਦਰ ਰਾਂਝਾ ਕੋਟ ਜ਼ਿਲ੍ਹਾ ਸਰਗੋਦਾ ਤੋਂ ਲੱਭੀਆਂ ਤੇ ਉੱਥੇ ਇਹਨਾਂ ਦਾ ਮਜ਼ਾਰ ਹੈ। ਲੇਕਿਨ ਜਿਹੜੀ ਦੂਸਰੀ ਰਵਾਇਤ ਦੇ ਮੁਤਾਬਕ ਸੋਹਣੀ ਤੇ ਬਹੀਵਾਲ ਦਾ ਮਜ਼ਾਰ ਸਿੰਧ ਦੇ ਇਲਾਕੇ ਸ਼ਦਾਦਪੁਰ ਵਿੱਚ ਮੌਜੂਦ ਹੈ, ਜਿੱਥੇ ਕਦੀ ਦਰਿਆਏ ਸਿੰਧ ਗੁਜ਼ਰਦਾ ਸੀ। ਤੇ ਸ਼ਦਾਦਪੁਰ ਬਾਈ ਸੋਹਣੀ ਦੇ ਇਲਾਕੇ ਵਿੱਚ ਸੋਹਣੀ ਦਾ ਮਜ਼ਾਰ ਹੈ ਤੇ ਬਹੀਵਾਲ ਦਾ ਮਜ਼ਾਰ ਅਲੱਗਾ ਸ਼ਹਿਰ ਦੇ ਵਿੱਚ। ਮੈਂ ਬਹੁਤ ਸਾਰੇ ਲੋਕਾਂ ਨੇ ਸੋਹਣੀ ਬਹੀਵਾਲ ਦਾ ਕਿੱਸਾ ਬਿਆਨ ਕੀਤਾ ਹੈ। ਮੈਂ ਜਿਹੜਾ ਤੁਹਾਡੇ ਸਾਹਮਣੇ ਕਿੱਸਾ ਸੋਹਣੀ ਬਹੀਵਾਲ ਦਾ ਪੇਸ਼ ਕਰ ਰਿਹਾ, ਇਹ ਸੈਯਦ ਫਜ਼ਲ ਸ਼ਾਹ ਸਾਹਿਬ ਨੇ ਰਹਿਮਤੁल्लाह ਤਾਲਾ ਅਲੈਹ ਨੇ ਇੱਕ ਲੰਬੀ ਨਜ਼ਮ ਦੀ ਸ਼ਕਲ ਵਿੱਚ ਲਿਖਿਆ ਹੈ। ਫਜ਼ਲ ਸ਼ਾਹ 19ਵੀਂ ਸਦੀ 1827 ਵਿੱਚ ਨਵਾਂਕੋਟ ਤਹਿਸੀਲ ਹਾਨਪੁਰ ਜ਼ਿਲ੍ਹਾ ਰਈਮ ਯਾਰਹਾਨ ਵਿੱਚ ਵਾਕਿਆ ਹੈ। ਇਹ ਉੱਥੇ ਜੰਮੇ ਨੇ ਤੇ ਆਪ ਦਾ ਵਿਸਾਲ 1890 ਵਿੱਚ ਨਵਾਂਕੋਟ ਵਿੱਚ ਹੋਇਆ। ਇਹਨਾਂ ਨੇ ਹੀਰ ਰਾਂਝਾ, ਲਾਲਾ ਮਜਨੂ, ਸੱਸੀ ਪੁੰਨੂ, ਇਸਰਾਰ ਇਲਾਹੀ, ਸੀ ਹਰਫੀਆ ਤੇ ਨਸਬਨਾਮਾ ਲਿਖਿਆ ਹੈ। ਲੇਕਿਨ ਸੋਹਣੀ ਬਹੀਵਾਲ ਦਾ ਜਿਹੜਾ ਕਿੱਸਾ ਹੈ ਇਹ ਫਜ਼ਲ ਸ਼ਾਹ ਸਾਹਿਬ ਦਾ ਸਭ ਤੋਂ ਵੱਡਾ ਸ਼ਾਹਕਾਰ ਹੈ। ਮੈਂ ਜਿਹੜੇ ਤੁਹਾਡੇ ਸਾਹਮਣੇ ਕਿੱਸਾ ਸੋਹਣੀ ਬਹੀਵਾਲ ਪੇਸ਼ ਕਰ ਰਿਹਾ, ਇਹਦੇ 12 ਹਿੱਸੇ ਨੇ ਤੇ ਅੱਜ ਪਹਿਲਾ ਹਿੱਸਾ ਤੁਹਾਡੇ ਸਾਹਮਣੇ ਮੈਂ ਪੇਸ਼ ਕਰ ਰਿਹਾ। ਬਿਆਨ करने च पढ़ने च अगर कोई कमी पेशी हो जाए, कोई भूल चूक हो जाए तो मैं पेशगी उदी माफ़ी चाहना। बस तो रक्सा तेरी चौखट पे फ़कीर आते हैं, नूर वाले
तेरी उल्फत के असीर आते। सब तो पहले रब दी सिफत। अव्वल हम्द सदा खुदाई ताई, जिस इश्क दी कुल जहान कीता, नबी पाक रसूल माशूक करके महलूक कोलू आली शान कीता। लोहो कलम 14 तबक अर्श कुर्सी सब इश्क सीती निगे बान कीता। होया फजल खुदाई दा आशकां ते जदू इश्क ने आन मकान कीता। रसूल दी सिफत सल्लल्लाहु अलैहि वसल्लम। नात दूजी नात आखां नबी पाक ताई, जिदे शान कुरान नजूल होया। अहद नाल होया एक ज़ात अहमद, जिस रात विसाल वसूल होया। नबी वादाने कोलू है अकबर, विच हास जनाब कबूल होया। फजल शाह परवाह की उमता नू, जिदा पुश्त पनाह रसूल होया। रसूल पाक सल्लल्लाहु अलैहि वसल्लम दे चार यार। पहला यार सदीक रसूल सदा, जिस सिदक यकीन कमाल कीता। दूजा उमर पछाड़ ईमान सी थी, सच्चा कौल जिसने अदल नाल कीता। तीजा इब्ने अफान असमान बदी, सारी उमर ना गैर ख्याल कीता। फजल यार चौथा अली शाह मरदा, यजदा आप आ लालो लाल कीता। शेख अब्दुल कादर जिलानी रहमतुल्लाह ताला अलैह आप दी सिफत सलाम। अली पाक जनाब है गौसे आज़म, मुहय्यदीन जहादा पीर बिया। नाल एक निगाह दे शाह कीते, कई लख कंगाल फकीर बिया। बाहर कढ़िया डुबदियां भेड़ियां नू, करामात दे पाई जंजीर बिया। फजल शाह नू कुछ परवाह नहीं, जिदा पीर पीरा दस्तगीर बिया। किस्से दी अथनका किस्से दा मुंड। एक रोज आहा चंगा ईद कोलू, रल सैर गए सारे यार बिया। भाग भाग होए यार भाग जाके, रंगा रंग दी देख बहार बिया। कई मस्त होए सरूर देख सदा, कई देख मजनू मजनू वार बिया। अखी यार दे नाल मिसाल दिंदे, कई नरगस नू देख बीमार बिया। कई रख ख्याल महबूब वाला, मेहंदी देखते दस्त चनार दिया। कई देख शमशाद दिल शाद होए, कई मोतिये दे देख हार बिया। फजल शाह सारे यार सैर करके, ओढ़क बैठ दे नाल करार बिया। यारा वालों जदों फजल शाह साहब ने यारा ने आप किस्सा सोहनी बाई महीवाल लिखन की फरमाइश की थी। उत्थे फजल शाह साहब की लिखते ने, वार वार लगे गुफ्तगू करने, आहे यार जो सगड़ सुबहान बिया। कोई इल्म तौहीद दा कहे नुकता, कोई शरा दा खोल बयान बिया। कोई कहे सरूर प्रेम वाला, कोई धीम दे बैठा तार तान बिया। कोई कहे खुदाई दी कसम मैनू, मेरा यार है दीन ईमान बिया। कोई गल सनावदा आशका दी, को गत दंदा गमसान बिया। ओढ़क करन सवाल कमाल मैनू, गल्लां सारियां नू पुन छान बिया। आखर सोहनी ते महीवाल वाला, करो कुल बयान अयान बिया। फजल शाह किस्सा अल्फू ये थिकर, फजल शाह किस्सा अल्फू ये थिकर। करो शेर पंजाब जुबान बिया। यारा अकल शऊर थी दूर के हा, ऐस बात करू परेशान होया। मैनू पिया धोखा शेर बहुत औखा, कोता अकल दा बहुत हैरान होया। ओढ़क होयो लाचार कबूल कीता, किस्सा जोड़ने तरफ ध्यान होया। फजल शाह अल्लाह ते रख तकवा, केड़ा कम जो नहीं आसान होया। बैठ जू दे नाल सलाह की, बैठ जीव दे नाल सलाह कीती। पाया दोस्ता जदू सवाल बिया, किसे इश्क देनू नाल होश कहना। खरा रखना पैर संभाल बिया। आशका विच मुसीबतां बहुत मुश्किल, इश्क विच मुसीबतां बहुत मुश्किल।
ਬੰਦਾ ਕੌਣ ਜੱਲੇ ਉਹਦੀ ਝਾਲ ਮੀਆਂ। ਲਿਖਾਂ ਪੀਰ ਵਲੀ ਲੱਖਾਂ ਪੀਰ ਵਲੀ ਇਸ਼ਕ ਡੋਬ ਦਿੱਤੇ ਗੱਲ ਪਾ ਪ੍ਰੇਮ ਦੇ ਜਾਲ ਮੀਆਂ। ਇਸ਼ਕ ਅਕਲ ਬੁਲਾ ਖਵਾ ਦਾਣਾ आदम जंतु दे निकाल मिया। इब्राहिम का एक इश्क जालम दिता चिहाच नमरूद दी ढाल मिया। यूसुफ इब्ने यकूब नू खूब पाया। यूसुफ इब्ने यकूब नू खूब पाया। इस इश्क ने ख्वाब दिखा दिया। मुट्ठी ख्वाब दे विच तैमूस बेटी सूरत यूसुफ दी देख कमाल मिया। जालिम इश्क ने मार शहीद कीते बीबी फातिमा सलामुल्लाह अलैह। बीबी फातिमा दे दोवें लाल मियाँ। ढोल रूप ते शाम दे शाह ताई इश्क मार लेते ढोल ढाल मियाँ। शाह कैस जिसनू मजनू लोग सदन हो सक मिसाल हलाल मियाँ। लाला विच महलानत रहे रोंदी देख यार दा बदड़ा हाल मियाँ। राजा तख्त हजारे दा चौधरी सी इश्क इश्क कीता चरवाल मियाँ। बेले विच बेली पिछे फिरे कमली कुट्ठी इश्क दी हीर सियाल मियाँ। आदम जाम बेटी जदा नाम ससी गई यार पिछे खुले वाल मियाँ। पुन्नो केच मकरान तू इश्क आंदा थल्ला विच बोया ससी नाल मियाँ। फरहाद पहाड़ नू चीर बोया शहरी वास्ते कठन मुहाल मियाँ। शीरी दर्द फराग दे नाल रुंदी सारा जीव दा हूर उछाल मियाँ। माही यार दिती जान यार ताई माही यार दिती जान यार ताई। चंदन बदल मोई कौल पाल मियाँ। मिर्जे तीर खादे खातर साहबा दे मिर्जे तीर खादे खातर साहबा दे गे मुंड कलेजे नू भाल मियाँ। मोई साहबा भी ऐसे इश्क अंदर किता यार दे नाल वसाल मियाँ। मंसूर सूरी उत्ते चढ़ दिता इस इश्क मिली एहो चाल मियाँ। शम्स जहान दी खुल अधेड़ सट्टी कीमे मुल्की नू पे जाल मियाँ। मस्त हो चकोर ने दीद लाई वे चंदा दा हुसन जमाल मियाँ। चकवे चकवे नू इश्क कमाल होया राती कढ़िया ते करन जाल मियाँ। बोरिया बुलबुला बूरिया बुलबुला ते दे बहुत प्यार सी थी बूरिया बुलबुला ते बहुत प्यार सी थी। नाल फुला कीती कीर काल मियाँ। लिखा लखा मरन पतंग बेरंग होके लखा मरन पतंग बेरंग होके सूरज सुड़ी वे जमाल मियाँ। पहलू शहद प्याल वसाल संदा पिछू दई अलमड़ा बाल मियाँ। बिना मारिया मेरे ना मूल जालम गोर तिक ना छड़दा ख्याल मियाँ। लक्का आशका नू इस इश्क जालम लखा आशका नू इस इश्क जालम किता बकरे वांग हलाल मियाँ। रोडा बोया जलाली दे इश्क पिछे आजिज हो फकीर कंगाल मियाँ। इश्क सुनदा विच जनाओ डुबी फिर इश्क पिया मही वाल मियाँ। जिन्ना नाल इश्क दे नहीं लाया जिन्ना नाल इश्क दे नहीं लाया सारी उम्र कीती हाल हाल मियाँ। फजल शाह मरी लड़े इश्क हुदी फजल शाह मरी लड़े इश्क हुदी। कई खुदिया सिटिया गाल मियाँ कई खुदिया सिटिया गाल मियाँ। बस बस मियाँ बैती दे नाही बस बस मियाँ बत्ती दे नाही। इश्क जाता नहीं बखेड़िया नू मता सब नसीता गोल पीवे कानू छड़िया ई इन्ना झेड़िया नू सुन गल मकसूद दी आप मूहू छड़ सारिया झगड़िया झेड़िया नू। फजल मंग दुआई खुदा अगे जिहड़ा पार लाए लखा भेड़िया नू। कौल पालना बहुत जरूर होया किता दोस्तां नाल इकरार अल्लाह मैनू अकल शऊर दी दात बख्शी फरियाद करा ओ गुनाहगार अल्लाह। तेरे मेहर बाजू की कर शेर होवे निथे हरफ दा नहीं तकरार अल्लाह।
वगे शेर दा बहर पुर लहर डूंगा नहीं शेर सर्दी मैनू सार अल्लाह करे शेर मेरा पूरा सहर साइया करे शेर मेरा पूरा सहर साइया तैती फजल दा नहीं शुमार अल्लाह फजल शाह फकीर दिलगीर संदा करे फजल सिती बेड़ा पार अल्लाह। किस्से दा बुंड अज शहर गुजरात जनाओ कंडे अज शहर गुजरात जनाओ कंडे ओदे विच तला गमियार आहा अतम जात नजीब नसीब वाला मशहूर दरबार सरकार आहा अफलातून लकमान शागिर्द इस दे अकल होश दा बहुत होशियार आहा गोया चीन दसी चीनी साज तला नाल कसम कमाल वहार आहा कुजे बादिए करे तैयार ऐसे कुजे बादिए करे तैयार ऐसे जिस देखे आंसू तलब गार आहा जाके नजर गुजारदा पेश शाह इस चाल कोलू मालदार आहा सारा मुल्क पंजाब ओदे भांडियां दा सारा मुल्क पंजाब ओदे भांडियां दा बड़े शौक सिती हरीदार आहा फजल शाह हर सिफ्त मसूफ तला फजल शाह हर सिफ्त मसूफ तला नेक नाम बेअंत शुमार आहा एक रोज तला गया विच महली रख जीव ते शौक कमाल मिया सूरज फैज दे आन के चमक मारी पत्थर विच पैदा होया लाल मिया सिप अब्बर नसियान दे करम कोलू बारदार होया मोती नाल मिया हमल नाल होई उसदी जाल मिया जदू गुजर गए नौ माह पूरे कीती दर्द ने बहुत बेहाल मिया दाई आड़ कीता सब कारहाना जो कुछ जग जहान दी चाल मिया पिछली रात लड़की पैदावार हुई चेहरा चमकदा चंद मिसाल मिया फजल शाह सोनी उसदा नाम रखन फजल शाह सोनी उसदा नाम रखन सोना वेख के हुसन जमाल मिया सोनी रात शब कदर दे जन्म लिया विच पोतड़े इश्क दे पायो ने जड़ी गुड़ती मिली सारे आशकां नू सोई सोनी दे मुख लायो ने जो कुछ शरा शरीफ दी बात आई मुल्ला सद के बाग दवायो ने फजल शाह सोनी जमदी रोड़ लगी फजल शाह सोनी जमदी रोड़ लगी अकल ते होश बलायो ने मां सोनी दी सदाई धाई दित्ती सोबते पाले पावदी सी दाई बहुत प्यार ते मोहर सी थी नत अपना शीर पलावदी सी होर कई शरीरिया दुध पेड़े मक्खन खड़ दे नाल चिटावदी सी फजल वरे दी सोनी बहन लगी जदू मां ते बाप दे भावदी सी दूजे वरे दी सोनी टुरन लगी करे नाल अशारता गल मिया जे कल गल करदी लख वल पैंदे अजे गल दा नहीं सी वल मिया मुख चौदवी रात दा चंद आहा सोना तख्तियां हसिया गल मिया फजल सा लख शरीरिया मां उसदी कोल बैठ खवावदी जल मिया वरे तीजे दी जा होई सोनी मूह गल करदी नाल प्यार मिया भाई बाप कबीलड़ा हवेश सारे करदे जू ते जान निसार मिया कदे नाल कुड़ियां बह के खेड़दी सी कदे रो पैंदी जारो जार मिया फजल शाह खड़ाविया सोड़ी दिया फजल शाह खड़ाविया सोड़ी दिया कई गोलियां सी टहलदार मिया कई गोलियां सी टहलदार मिया अल्लाह ताला हमें आसानियाँ अता फरमाए और आसानियाँ तकसीम करने का शरफ अता फरमाए और अल्लाह ताला हमें बुजुर्गान दीन की सिफ़ात को अपनाने और उजागर करने और मुज़य्यन करने का शरफ इल्म मर्तबा और शान अता फरमाए बुजुर्गान दीन की दुआ बरकत के साथ। दूर वाले दूर वाले दूर वाले।